नमस्कार साथियों। ईटीटी ਅਤੇ ਮਾਸਟਰ ਕੈਡਰ ਦੀ ਤਿਆਰੀ ਕਰਨ ਵਾਲੇ ਸਭ ਸਾਥੀਆਂ ਦਾ ਮੈਂ ਸਹਿ ਸਟੱਡੀ YouTube ਚੈਨਲ ਤੇ ਨਿੱਘਾ ਸਵਾਗਤ ਕਰਦਾ ਹਾਂ। ਆਪ ਸਭ ਲੰਬੇ ਸਮੇਂ ਤੋਂ ਪੰਜਾਬੀ ਦੀ ਇਹ ਤਿਆਰੀ ਦੇ ਅੰਦਰ ਜੁਟੇ ਹੋ ਤੇ ਸਹਿ ਸਟੱਡੀ YouTube ਚੈਨਲ ਆਸ ਕਰਦਾ ਹੈ, ਪ੍ਰਾਰਥਨਾ ਕਰਦਾ ਹੈ ਉਸ परमात्मा ਅੱਗੇ ਕਿ ਆਪ ਸਭ ਨੂੰ ਬਹੁਤ ਜਲਦ ਕਾਮਯਾਬੀ ਮਿਲੇ। ਤਾਂ ਆਪਾਂ ਪੰਜਾਬੀ ਵਿਆਕਰਨ ਦੀ ਪ੍ਰੈਕਟਿਸ ਕਰ ਰਹੇ ਸੀ ਸਾਥੀਓ। ਮੈਂ ਆਪ ਨੂੰ ਪੰਜਾਬੀ ਵਿਆਕਰਨ ਦਾ ਇੱਕ ਰਿਵੀਜ਼ਨ ਦੇ ਤਹਿਤ ਇਹ ਪ੍ਰਸ਼ਨ ਦੀ ਪ੍ਰੈਕਟਿਸ ਕਰਵਾ ਰਿਹਾ ਸੀ ਜਿਸ ਨਾਲ ਆਪ ਦਾ ਰਿਵੀਜ਼ਨ ਹੋ ਸਕੇ। ਤਾਂ ਆਓ ਦੇਖਦੇ ਹਾਂ ਉਸ ਤੋਂ ਅੱਗੇ ਦੇ ਪ੍ਰਸ਼ਨ। ਇਸ ਤੋਂ ਪਹਿਲੇ ਆਪਾਂ 125 ਪ੍ਰਸ਼ਨ ਦੇਖ ਕੇ ਆ ਚੁੱਕੇ ਹਾਂ ਤੇ ਅੱਜ ਜੋ ਆਪਾਂ ਪ੍ਰਸ਼ਨ ਦੇਖਣਾ ਹੈ ਉਹ 126 ਨੰਬਰ ਪ੍ਰਸ਼ਨ ਹੈ। ਤਾਂ ਆਓ ਦੇਖਦੇ ਹਾਂ ਪ੍ਰਸ਼ਨ। ਪੰਜਾਬੀ ਵਾਕ ਦੀ ਸਹੀ ਤਰਤੀਬ ਕਿਹੜੀ ਹੈ? ਤਾਂ ਸਾਥੀਓ ਪੰਜਾਬੀ ਵਾਕ ਦੀ ਜਿਹੜੀ ਸਹੀ ਤਰਤੀਬ ਮੰਨੀ ਜਾਂਦੀ ਹੈ ਤਾਂ ਉਹ ਆ ਜਾਂਦੀ ਹੈ ਕਰਤਾ, ਯਾਨੀ ਪਹਿਲੇ ਕਰਤਾ ਆ ਜਾਂਦਾ ਹੈ, ਫਿਰ ਕਰਮ ਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਚ ਕਿਰਿਆ ਆ ਜਾਂਦੀ। ਇਹ ਸਧਾਰਨ ਵਾਕ ਦੀ ਇੱਕ ਸਹੀ ਤਰਤੀਬ ਮੰਨੀ ਜਾਂਦੀ ਹੈ। ਵਾਕ ਬੋਧ ਦੇ ਤਹਿਤ ਇਹ ਚੀਜ਼ ਆ ਜਾਂਦੀ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ 127 ਨੰਬਰ ਪ੍ਰਸ਼ਨ ਆ ਜਾਂਦਾ ਹੈ, ਬਿੰਦੀ ਕਿਸ ਪ੍ਰਕਾਰ ਦਾ ਲਗਾਖਰ ਹੈ? ਤਾਂ ਸਾਥੀਓ ਬਿੰਦੀ ਹੈ ਜਿਹੜਾ ਉਹ ਇੱਕ ਨਾਸਕੀ ਲਗਾਖਰ ਹੈ, ਯਾਨੀ ਇਹਨੂੰ ਬੋਲਣ ਸਮੇਂ ਆਵਾਜ਼ ਨੱਕ ਰਾਹੀਂ ਆਉਂਦੀ ਹੈ। ਤੇ ਬਿੰਦੀ, ਟਿੱਪੀ, ਅੱਧਕ ਇਹ ਤਿੰਨ ਆਪਣੇ ਕੋਲੇ ਲਗਾਖਰ ਨੇ ਕਿਉਂਕਿ ਇਹ ਲਗਾ ਦੇ ਨਾਲ ਹੀ ਲੱਗਦੇ ਨੇ। ਫਿਰ ਇਸ ਤੋਂ ਬਾਅਦ ਚ 128 ਨੰਬਰ ਪ੍ਰਸ਼ਨ ਹੈ, ਪੰਜਾਬੀ ਭਾਸ਼ਾ ਦੀ ਕਿਸ ਉਪਭਾਸ਼ਾ ਵਿੱਚ ਸੁਰ ਮੌਜੂਦ ਹੈ? ਪੰਜਾਬੀ ਭਾਸ਼ਾ ਦੀ ਕਿਸ ਉਪਭਾਸ਼ਾ ਵਿੱਚ ਸੁਰ ਮੌਜੂਦ ਹੈ? ਤਾਂ ਇਹ ਆ ਜਾਂਦਾ ਹੈ ਸਾਥੀਓ ਸੁਰ ਵਾਲੀ ਜਿਹੜੀ ਉਪਭਾਸ਼ਾ ਹੈ ਉਹਦਾ ਨਾਮ ਹੈ ਪੁਆਧੀ। ਫਿਰ ਨੈਕਸਟ ਕੁਐਸਚਨ ਆਪਣੇ ਕੋਲ 129 ਨੰਬਰ, ਪੰਜਾਬੀ ਦੀ ਖੈ ਧੁਨੀ ਕਿਸ ਪ੍ਰਕਾਰ ਦੀ ਹੈ? ਤਾਂ ਸਾਥੀਓ ਪੰਜਾਬੀ ਦੀ ਜਿਹੜੀ ਖੈ ਧੁਨੀ ਹੈ ਉਹ ਐਗੋਸ਼ ਮਹਾਪ੍ਰਾਣ ਧੁਨੀ ਆ ਜਾਂਦੀ ਹੈ। ਸਾਥੀਓ ਧੁਨੀ ਬੋਧ ਦੇ ਅੰਦਰ ਇਹ ਪੁਆਇੰਟ ਜ਼ਰੂਰ ਕਲੀਅਰ ਕਰ ਲੈਣਾ, ਚੰਗੇ ਤਰੀਕੇ ਨਾਲ ਸਮਝ ਲੈਣਾ ਕਿਉਂਕਿ ਇਹਨਾਂ ਦੇ ਅੰਦਰੋਂ ਪ੍ਰਸ਼ਨ ਹਰ ਹਾਲਤ ਆਉਣ ਵਾਲਾ ਹੈ। ਧੁਨੀ ਬੋਧ ਦਾ ਇਹ ਟੌਪਿਕ ਹੈ ਜਿਹੜਾ ਆਪ ਨੂੰ ਖੰਡੀ ਅਖੰਡੀ ਧੁਨੀਆਂ ਦੇ ਬਾਰੇ ਬੋਧ ਕਰਵਾਉਣ ਵਾਲਾ ਹੈ। ਇਹਦੇ ਅੰਦਰੋਂ ਪ੍ਰਸ਼ਨ ਆਉਣਾ ਹੀ ਆਉਣਾ ਹੈ। ਫਿਰ ਨੈਕਸਟ ਕੁਐਸਚਨ ਆ ਜਾਂਦਾ ਹੈ 130 ਨੰਬਰ ਹੈ, ਮਹਾਕਾਵੀ ਵਿੱਚ ਘੱਟ ਤੋਂ ਘੱਟ ਕਿੰਨੇ ਸਰਗ ਹੁੰਦੇ ਨੇ? ਤਾਂ ਸਾਥੀਓ ਮਹਾਕਾਵੀ ਜਿਹੜਾ ਹੈ ਉਸ ਦੇ ਅੰਦਰ ਘੱਟੋ ਘੱਟ 8 ਸਰਗ ਹੁੰਦੇ ਨੇ। ਫਿਰ 131 ਨੰਬਰ ਪ੍ਰਸ਼ਨ ਹੈ, ਜਦੋਂ ਕਿਸੇ ਦੀ ਭੈੜੀ ਸ਼ਕਲ ਦਾ ਹਵਾਲਾ ਦੇਣਾ ਹੋਵੇ ਤਾਂ ਕੀ ਕਿਹਾ ਜਾਂਦਾ ਹੈ? ਤਾਂ ਸਾਥੀਓ ਜਦੋਂ ਕਿਸੇ ਨੂੰ ਆਪਾਂ ਭੈੜੀ ਸ਼ਕਲ ਦਾ ਹਵਾਲਾ ਦਿੰਨੇ ਹਾਂ ਤਾਂ ਉਦੋਂ ਉਸ ਨੂੰ ਆਪਾਂ ਕਰੂਪ ਦਾ ਨਾਮ ਦਿੰਦੇ ਹਾਂ, ਕਰੂਪ ਯਾਨੀ ਭੈੜੀ ਸ਼ਕਲ। ਫਿਰ ਇਸ ਤੋਂ ਬਾਅਦ ਆਪਣੇ ਕੋਲ ਨੈਕਸਟ ਕੁਐਸਚਨ ਆ ਜਾਂਦਾ ਹੈ, ਆਪਣੇ ਕੋਲ 132 ਨੰਬਰ ਪ੍ਰਸ਼ਨ ਹੈ। ਤਾਂ 132 ਨੰਬਰ ਪ੍ਰਸ਼ਨ ਦੇਖ ਲੈਂਦੇ ਹਾਂ, ਸੋਨੇ ਚਾਂਦੀ ਦੇ ਵਪਾਰ ਕਰਨ ਵਾਲੇ ਨੂੰ ਕੀ ਆਖਦੇ ਨੇ? ਆਪ ਸਭ ਨੂੰ ਪਤਾ ਚੱਲ ਹੀ ਗਿਆ ਹੋਏਗਾ। ਤਾਂ ਸੋਨੇ ਚਾਂਦੀ ਦਾ ਜਿਹੜਾ ਵਪਾਰ ਕਰਨ ਵਾਲਾ ਹੁੰਦਾ ਉਹਨੂੰ ਆਪਾਂ ਸਰਾਫ ਕਹਿ ਦਿੰਦੇ ਹਾਂ। ਨੋਟ ਕਰ ਲੈਣਾ, ਇੱਥੇ ਵਪਾਰ ਕਰਨ ਵਾਲੇ ਦਾ ਪੁੱਛਿਆ ਹੈ, ਗਹਿਣੇ ਬਣਾਉਣ ਵਾਲੇ ਦਾ ਨਹੀਂ। ਫਿਰ ਨੈਕਸਟ ਕੁਐਸਚਨ ਆ ਜਾਂਦਾ ਹੈ, ਜਿਹੜਾ ਗਹਿਣੇ ਬਣਾਉਣ ਵਾਲਾ ਹੁੰਦਾ ਪਹਿਲੇ ਉੱਪਰ ਵਾਲਾ ਕੁਐਸਚਨ ਆ ਉਹ ਕਲੀਅਰ ਕਰ ਲੈਣੇ ਆ। ਉਹ ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ ਸਰਾਫ ਹੁੰਦਾ ਤੇ ਜਦੋਂ ਕਿ ਗਹਿਣੇ ਬਣਾਉਣ ਵਾਲਾ ਹੁੰਦਾ, ਗਹਿਣੇ ਘੜਨ ਵਾਲਾ ਹੁੰਦਾ ਉਹਨੂੰ ਆਪਾਂ ਸੁਨਿਆਰ ਕਹਿ ਦਿੰਦੇ ਹਾਂ। ਫਿਰ 133 ਨੰਬਰ ਹੈ, ਮਨੁੱਖ ਦੀਆਂ ਵਿਲੱਖਣ ਯੋਗਤਾਵਾਂ ਅਤੇ ਸਮਰਥਾਵਾਂ ਤੇ ਜਟਿਲ ਸਮੁੱਚ ਨੂੰ ਸੱਭਿਆਚਾਰ ਦਾ ਨਾਂ ਦਿੱਤਾ ਹੈ। ਇਹ ਕਿਹੜੇ ਵਿਦਵਾਨ ਨੇ ਦਿੱਤਾ ਹੈ? ਤਾਂ ਉਹ ਸੀ ਸਾਥੀਓ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਨੇ, ਯਾਨੀ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਸੇ ਉਹਨੇ ਆਹ ਗੱਲ ਕਹੀ ਸੀ ਕਿ ਮਨੁੱਖ ਦੀਆਂ ਜਿਹੜੀਆਂ ਵਿਲੱਖਣ ਯੋਗਤਾਵਾਂ ਨੇ ਤੇ ਸਮਰਥਾਵਾਂ ਨੇ ਉਹਨਾਂ ਦਾ ਜਟਿਲ ਸਮੁੱਚ ਹੈ ਜਿਹੜਾ ਉਹ ਇੱਕ ਤਰੀਕੇ ਦਾ ਸੱਭਿਆਚਾਰ ਹੈ। ਇਹ ਕਹਿਣ ਵਾਲਾ ਸੀ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ। ਫਿਰ 134 ਨੰਬਰ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਦੀ ਤਰਤੀਬ ਬਖਸ਼ੀ? ਤਾਂ ਸਾਥੀਓ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਹੈ ਜਿਹੜੀ ਉਸ ਦੀ ਤਰਤੀਬ ਆਪਾਂ ਨੂੰ ਬਖਸ਼ੀ ਹੈ। ਫਿਰ 135 ਨੰਬਰ ਪ੍ਰਸ਼ਨ ਆ ਜਾਂਦਾ ਹੈ, ਸ਼ਲੋਕ ਦਾ ਕੀ ਅਰਥ ਹੈ? ਤਾਂ ਸ਼ਲੋਕ ਜਿਹੜਾ ਸ਼ਬਦ ਹੈ ਇਹਦੇ ਅਰਥ ਪੁੱਛੇ ਹੈ ਆਪਾਂ ਨੂੰ। ਤਾਂ ਅਰਥ ਦੇ ਅੰਦਰ ਆ ਜਾਂਦਾ ਹੈ ਯਮ, ਮਹਿਮਾ ਤੇ ਉਸਤਤ ਹੈ ਜਿਹੜੀ ਪ੍ਰਸ਼ੰਸਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਯਾਨੀ ਯਸ, ਯਮ ਨਹੀਂ ਹੈ ਸਾਥੀਓ ਯਸ ਹੈ। ਯਸ, ਮਹਿਮਾ ਯਾਨੀ ਉਸਤਤ ਯਾਨੀ ਇੱਕ ਤਰੀਕੇ ਦੀ ਪ੍ਰਸ਼ੰਸਾ ਉਹ ਹੁੰਦੇ ਨੇ ਅਰਥ ਸ਼ਲੋਕ ਸ਼ਬਦ ਦੇ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਉਹ 136 ਨੰਬਰ ਪ੍ਰਸ਼ਨ ਹੈ। ਤਾਂ ਇਹ ਵੀ ਆਪਾਂ ਦੇਖ ਲੈਂਦੇ ਹਾਂ।
ਇਹਦੇ ਅੰਦਰ ਪੁੱਛਿਆ ਗਿਆ ਕਿ ਵਾਰ ਸ਼ਬਦ ਦਾ ਕੀ ਅਰਥ ਹੈ। ਤਾਂ ਸਾਥੀਓ ਵਾਰ ਸ਼ਬਦ ਦਾ ਅਰਥ ਆ ਜਾਂਦਾ ਵਾਰਤਾ, ਸੂਰਬੀਰਤਾ ਤੇ ਬਹਾਦਰੀ। ਇਹ ਵਾਰ ਸ਼ਬਦ ਦੇ ਅਰਥ ਨੇ। ਫਿਰ ਨੈਕਸਟ ਕੁਐਸਚਨ ਹੈ 137 ਨੰਬਰ ਆਪਣੇ ਕੋਲ, ਕਾਫੀ ਕਿਸ ਪ੍ਰਕਾਰ ਦਾ ਕਾਵੀ ਰੂਪ ਹੈ। ਤਾਂ ਸਾਥੀਓ ਕਾਫੀ ਹੈ ਜਿਹੜਾ ਉਹ ਇੱਕ ਪ੍ਰਗੀਤਕ ਕਾਵੀ ਰੂਪ ਮੰਨਿਆ ਜਾਂਦਾ ਹੈ। ਕਿਹੜਾ ਮੰਨਿਆ ਜਾਂਦਾ ਹੈ? ਪ੍ਰਗੀਤਕ। ਫਿਰ ਇਸ ਤੋਂ ਬਾਅਦ 138 ਨੰਬਰ ਪ੍ਰਸ਼ਨ ਹੈ, 12ਵਾਂ ਵਿੱਚ ਕਿਸ ਦਾ ਵਰਣਨ ਹੈ। ਤਾਂ ਸਾਥੀਓ 12ਵਾਂ ਜਿਹੜਾ ਆਪਾਂ ਨੂੰ ਕਾਵੀ ਰੂਪ ਮਿਲਦਾ ਉਹਦੀ ਗੱਲ ਕੀਤੀ ਗਈ ਹੈ। ਤਾਂ 12ਵਾਂ ਕਾਵੀ ਰੂਪ ਦੇ ਅੰਦਰ ਆਪਾਂ ਨੂੰ 12 ਮਹੀਨਿਆਂ ਵਿੱਚ ਜੀਵ ਰੂਪੀ ਇਸਤਰੀ ਦਾ ਵਰਣਨ ਮਿਲਦਾ ਹੈ, ਯਾਨੀ ਇਨਸਾਨ ਰੂਪੀ ਜਿਹੜੀ ਹੈ ਔਰਤ ਦੇ ਦ੍ਰਿਸ਼ ਦੇ ਅੰਦਰ ਬਿਆਨ ਕੀਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਸਾਡੇ ਗੁਰੂ ਸਾਹਿਬ ਵੀ ਆ ਜਾਂਦੇ ਨੇ, ਕੁਝ ਸੂਫੀ ਆ ਜਾਂਦੇ ਨੇ, ਜਿਨ੍ਹਾਂ ਨੇ 12ਵਾਂ ਦੀ ਰਚਨਾ ਕੀਤੀ ਹੈ। ਫਿਰ 139 ਨੰਬਰ ਪ੍ਰਸ਼ਨ ਆ ਜਾਂਦਾ ਹੈ, ਰੁੱਤੀ ਕਾਵੀ ਰੂਪ ਵਿੱਚ ਕਿੰਨੀਆਂ ਰੁੱਤਾਂ ਦਾ ਵਰਣਨ ਹੁੰਦਾ ਹੈ। ਤਾਂ ਸਾਥੀਓ ਜਿਹੜੀ ਰੁੱਤੀ ਨਾਮ ਦਾ ਕਾਵੀ ਰੂਪ ਹੈ ਇਹਦੇ ਅੰਦਰ ਆਪਾਂ ਨੂੰ 6 ਰੁੱਤਾਂ ਦਾ ਵਰਣਨ ਮਿਲਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਤਾਂ ਉਹਦੇ ਅੰਦਰ ਆ ਜਾਂਦਾ ਹੈ 140 ਨੰਬਰ ਹੈ, ਰੁੱਤੀ ਕਾਵੀ ਰੂਪ ਵਿੱਚ ਕਿਹੜੀਆਂ 6 ਰੁੱਤਾਂ ਹਨ। ਤਾਂ ਉਹ ਰੁੱਤਾਂ ਦੇ ਨਾਮ ਦੱਸਣੇ ਨੇ। ਤਾਂ ਉਹ ਆ ਜਾਂਦੀਆਂ ਨੇ ਬਸੰਤ, ਗਰਮੀ, ਬਰਸਾਤ, ਸਰਦੀ, ਹਿਮੰਤ ਯਾਨੀ ਮੱਘਰ ਤੇ ਪੋਹ ਦੇ ਮਹੀਨੇ ਦੇ ਅੰਦਰ, ਸ਼ਿਸ਼ਰ ਯਾਨੀ ਮਾਘ ਤੇ ਫੱਗਣ ਦੇ ਮਹੀਨੇ ਦੇ ਆਧਾਰ ਤੇ ਇਹ ਆਪਣੀਆਂ 6 ਰੁੱਤਾਂ ਬਣਦੀਆਂ ਨੇ ਜਿਹੜੀਆਂ ਆਪਾਂ ਨੂੰ ਰੁੱਤੀ ਦੇ ਅੰਦਰ ਮਿਲਦੀਆਂ ਨੇ। ਫਿਰ ਇਸ ਤੋਂ ਬਾਅਦ ਆਪਣੇ ਕੋਲ ਨੈਕਸਟ ਕੁਐਸਚਨ ਹੈ ਜਿਹੜਾ ਉਹ 141 ਨੰਬਰ ਹੈ। ਇਹਦੇ ਅੰਦਰ ਪੁੱਛਿਆ ਗਿਆ ਕਿ ਥਿੱਤੀ ਕਿਸ ਪ੍ਰਕਾਰ ਦਾ ਕਾਵੀ ਰੂਪ ਹੈ। ਕਾਵੀ ਰੂਪ ਦੇ ਬਾਰੇ ਇਹ ਪ੍ਰਸ਼ਨ ਚੱਲ ਰਹੇ ਹੈ। ਤਾਂ ਥਿੱਤੀ ਜਿਹੜਾ ਕਾਵੀ ਰੂਪ ਹੈ ਸਾਥੀਓ ਚੰਦਰਮਾ ਦੀਆਂ ਤਾਰੀਖਾਂ ਦੇ ਹਿਸਾਬ ਵਾਲਾ ਕਾਵੀ ਰੂਪ ਦੱਸਿਆ ਜਾਂਦਾ ਹੈ, ਯਾਨੀ ਇਸ ਦੇ ਅੰਦਰ ਥਿੱਤੀ ਜਿਹੜਾ ਕਾਵੀ ਰੂਪ ਹੈ ਉਹਦੇ ਅੰਦਰ ਚੰਦਰਮਾ ਦੀਆਂ ਤਿੱਥਾਂ ਦਾ ਹਿਸਾਬ ਬਿਆਨ ਕੀਤਾ ਗਿਆ ਹੈ। ਫਿਰ ਅੱਗੇ 142 ਹੈ, ਸਤਵਾਰਾ ਕਿਸ ਤਰ੍ਹਾਂ ਦਾ ਕਾਵੀ ਰੂਪ ਹੈ। ਤਾਂ ਸਾਥੀਓ ਸਤਵਾਰਾ ਹੈ ਜਿਹੜਾ ਹੈ ਹਫ਼ਤੇ ਦੇ 7 ਦਿਨਾਂ ਦੇ ਆਧਾਰ ਤੇ ਵਿਚਾਰ, ਵਿਸ਼ਵਾਸ ਤੇ ਭਾਵਨਾਵਾਂ ਨੂੰ ਪ੍ਰਗਟਾਇਆ ਜਾਂਦਾ ਹੈ। ਸਤਵਾਰਾ ਜਿਹੜਾ ਕਾਵੀ ਰੂਪ ਹੈ ਉਹ ਹਫ਼ਤੇ ਦੇ 7 ਦਿਨਾਂ ਦੇ ਆਧਾਰ ਤੇ ਵਿਚਾਰ, ਵਿਸ਼ਵਾਸ ਤੇ ਭਾਵਨਾਵਾਂ ਨੂੰ ਪ੍ਰਗਟਾਉਣ ਵਾਲਾ ਇੱਕ ਕਾਵੀ ਰੂਪ ਮੰਨਿਆ ਜਾਂਦਾ ਹੈ। ਫਿਰ 143 ਨੰਬਰ ਪ੍ਰਸ਼ਨ ਆ ਜਾਂਦਾ ਹੈ, ਪਹਿਰੇ ਕਾਵੀ ਰੂਪ ਵਾਲੀ ਬਾਣੀ ਵਿੱਚ ਕੀ ਵਿਚਾਰ ਹਨ। ਤਾਂ ਸਾਥੀਓ ਪਹਿਰੇ ਜਿਹੜੀ ਕਾਵੀ ਰੂਪ ਵਾਲੀ ਬਾਣੀ ਹੈ ਇਸ ਵਿੱਚ ਮਨੁੱਖੀ ਜੀਵਨ ਨੂੰ ਬਚਪਨ, ਜਵਾਨੀ, ਢਲਦੀ ਉਮਰ ਅਤੇ ਬੁਢਾਪੇ ਦੇ 4 ਪਹਿਰਾਂ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਯਾਨੀ ਪਹਿਰੇ ਨਾਮ ਦਾ ਜਿਹੜਾ ਕਾਵੀ ਰੂਪ ਹੈ ਬਾਣੀ ਦੇ ਅੰਦਰ ਜੋ ਮਿਲਦਾ ਹੈ ਤਾਂ ਇਹਦੇ ਅੰਦਰ ਆਪਣੇ ਜਿਹੜੇ ਇਨਸਾਨੀ ਜੀਵਨ ਹੈ ਉਹਨੂੰ 4 ਪਹਿਰਾਂ 'ਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਫਿਰ ਅੱਗੇ 144 ਨੰਬਰ ਪ੍ਰਸ਼ਨ ਹੈ, ਕੀ, ਕਿਉਂਕਿ, ਜੋ ਇਹ ਸ਼ਬਦ ਨੇ। ਤਾਂ ਇਹ ਸ਼ਬਦ ਕਿਸ ਪ੍ਰਕਾਰ ਦੇ ਨੇ। ਤਾਂ ਵਿਆਕਰਨ ਦੇ ਅੰਦਰ ਇਹਨਾਂ ਸ਼ਬਦਾਂ ਨੂੰ ਸਾਥੀਓ ਆਪਾਂ ਯੋਜਕ ਦਾ ਨਾਮ ਦਿੰਦੇ ਹਾਂ, ਯਾਨੀ ਇੱਕ ਐਸੇ ਸ਼ਬਦ ਨੇ ਯੋਜਕੀ ਸ਼ਬਦ ਆਖੇ ਜਾਂਦੇ ਨੇ। ਫਿਰ ਇਸ ਤੋਂ ਬਾਅਦ ਆਪਣੇ ਕੋਲ 115 ਨੰਬਰ ਪ੍ਰਸ਼ਨ ਆ ਜਾਂਦਾ, 145 ਨੰਬਰ ਪ੍ਰਸ਼ਨ ਆ ਜਾਂਦਾ ਹੈ ਸਾਥੀਓ, 16 ਕਿੰਨੇ ਪਦਾਂ ਵਾਲੀ ਰਚਨਾ ਹੈ। ਤਾਂ ਨਾਮ ਤੋਂ ਹੀ ਪਤਾ ਚੱਲ ਰਿਹਾ 16 ਹੈ ਜਿਹੜਾ ਆਪਣਾ ਉਹ 16 ਪਦਾਂ ਵਾਲੀ ਇੱਕ ਕਾਵੀ ਰਚਨਾ ਹੈ। 16 ਹੈ ਜਿਹੜੇ ਉਹ 16 ਪਦਾਂ ਵਾਲੀ ਹੈ। ਫਿਰ 146 ਨੰਬਰ ਪ੍ਰਸ਼ਨ ਹੈ, ਅਲਾਉਣੀਆਂ ਤੋਂ ਕੀ ਭਾਵ ਹੈ। ਤਾਂ ਸਾਥੀਓ ਅਲਾਉਣੀਆਂ ਸ਼ਬਦ ਤੋਂ ਭਾਵ ਗਾਉਣਾ ਜਾਂ ਉਸਤਤ ਕਰਨਾ ਹੈ। ਇਹ ਪੰਜਾਬੀ ਦਾ ਸੋਗਮਈ ਅਤੇ ਕਰੂਣਾਮਈ ਲੋਕ ਗੀਤ ਹੈ, ਯਾਨੀ ਇਹਨੂੰ ਆਪਾਂ ਸੋਗ ਸਮੇਂ ਤੇ ਜਾਂ ਫਿਰ ਕਰੂਣਾ ਜਿਹੜਾ ਰਸ ਹੈ ਆਪਣਾ ਉਸ ਦੇ ਤਹਿਤ ਗਾਇਆ ਜਾਂਦਾ ਹੈ। ਫਿਰ 147 ਨੰਬਰ ਹੈ, ਪੱਟੀ ਜਾਂ ਫਿਰ 35 ਅੱਖਰੀ ਕਿਸ ਤਰ੍ਹਾਂ ਦੀ ਬਾਣੀ ਹੈ। ਤਾਂ ਸਾਥੀਓ ਪੱਟੀ ਜਾਂ ਫਿਰ ਜਿਹੜੀ 35 ਅੱਖਰੀ ਹੈ ਯਾਨੀ ਪੱਟੀ ਦੇ ਆਧਾਰ ਤੇ 35 ਅੱਖਰਾਂ ਨੂੰ ਗੁਰਮੁਖੀ ਦੇ ਆਧਾਰ ਤੇ 35 ਅੱਖਰਾਂ ਨੂੰ ਬਾਣੀ ਰਚ ਕੇ ਰਚੀ ਗਈ ਰਚਨਾ ਨੂੰ ਆਪਾਂ 35 ਅੱਖਰੀ ਆਖਦੇ ਹਾਂ। ਯਾਨੀ ਜਿਹੜੀ ਗੁਰਮੁਖੀ ਦੇ 35 ਅੱਖਰ ਨੇ ਇਸ ਬੇਸ ਤੇ ਜਿਹੜੀ ਇਹ ਗੁਰਮੁਖੀ ਆਪਣੀ ਜਿਹੜੀ ਬਣੀ ਹੈ ਉਸ ਨੂੰ ਆਪਾਂ 35 ਅੱਖਰੀ ਦਾ ਨਾਮ ਦਿੰਦੇ ਹਾਂ। ਫਿਰ 148 ਨੰਬਰ ਪ੍ਰਸ਼ਨ ਆ ਜਾਂਦਾ, 52 ਅੱਖਰੀ ਕਿਸ ਤਰ੍ਹਾਂ ਦੀ ਬਾਣੀ ਹੈ। ਤਾਂ ਸਾਥੀਓ ਸੰਸਕ੍ਰਿਤ ਦੇ 52 ਅੱਖਰਾਂ ਦੇ ਆਧਾਰ ਤੇ ਰਚੀ ਗਈ ਹੈ ਜਿਹੜੀ ਬਾਣੀ ਉਸ ਨੂੰ 52 ਅੱਖਰੀ ਯਾਨੀ ਉਹ ਇੱਕ ਤਰੀਕੇ ਦੀ ਬਾਣੀ ਹੈ। ਉਹਦੇ ਅੰਦਰ ਸੰਸਕ੍ਰਿਤ ਦੇ 52 ਅੱਖਰ ਨਹੀਂ ਹੈ ਪਰ ਉਹ 52 ਅੱਖਰਾਂ ਦੇ ਆਧਾਰ ਤੇ ਰਚੀ ਗਈ ਹੈ, ਇਸ ਲਈ ਉਸ ਦਾ ਨਾਮ ਹੈ ਜਿਹੜਾ ਉਹ 52 ਅੱਖਰੀ ਹੈ। ਯਾਨੀ ਇਹ ਵਰਣਮਾਲਾ ਤੇ ਆਧਾਰਿਤ ਕਾਵੀ ਰੂਪ ਆਪਾਂ ਕਹਿ ਸਕਦੇ ਹਾਂ। ਫਿਰ ਇਸ ਤੋਂ ਬਾਅਦ ਆਪਣੇ ਕੋਲੇ 2 ਪ੍ਰਸ਼ਨ ਹੋਰ ਨੇ
ਇਹਨਾਂ ਨੂੰ ਆਪਾਂ ਦੇਖ ਲੈਣੀ ਹੈ। 149 ਨੰਬਰ ਹੈ, ਸੀਰਫੀ ਕਿਸ ਤਰ੍ਹਾਂ ਦੀ ਬਾਣੀ ਹੈ? ਤਾਂ ਸਾਥੀਓ ਸੀਰਫੀ ਹੈ ਜਿਹੜੀ ਅਰਬੀ ਫਾਰਸੀ ਵਰਨਮਾਲਾ ਦੇ 30 ਅੱਖਰਾਂ ਦੇ ਆਧਾਰ ਤੇ ਰਚੀ ਗਈ ਰਚਨਾ ਹੈ, ਸੀਰਫੀ ਅਖਵਾਉਂਦੀ ਹੈ। ਸੀਰਫੀ ਕੈਸੀ ਹੈ? ਅਰਬੀ ਫਾਰਸੀ ਵਰਨਮਾਲਾ ਦੇ 30 ਅੱਖਰਾਂ ਦੇ ਆਧਾਰ ਤੇ ਰਚੀ ਗਈ ਜਿਹੜੀ ਬਾਣੀ ਹੈ ਉਸ ਨੂੰ ਆਪਾਂ ਸੀਰਫੀ ਆਖਦੇ ਹਾਂ। ਫਿਰ 150 ਨੰਬਰ ਪ੍ਰਸ਼ਨ ਆ ਜਾਂਦਾ, ਅੱਜ ਕੱਲ ਨੇੜੇ ਤੇੜੇ ਵਿੱਚ ਕਿਹੜਾ ਚਿੰਨ੍ਹ ਲੱਗੇਗਾ? ਤਾਂ ਸਾਥੀਓ ਅੱਜ ਕੱਲ ਨੇੜੇ ਤੇੜੇ ਦੇ ਅੰਦਰ ਇੱਕ ਚਿੰਨ੍ਹ ਲੱਗੇਗਾ ਇਸ ਤਰੀਕੇ ਦਾ, ਜਿਹਨੂੰ ਆਪਾਂ ਕੀ ਨਾਮ ਦੇਵਾਂਗੇ? ਜੋੜਨੀ ਦਾ ਚਿੰਨ੍ਹ ਹੋਏਗਾ, ਉਹਨੂੰ ਆਪਾਂ ਜੋੜਨੀ ਕਹਾਂਗੇ, ਜਿਹੜੀ ਚਿੰਨ੍ਹ ਦੇ ਮਾਰਫਤ ਇਹਨਾਂ ਸ਼ਬਦਾਂ ਨੂੰ ਜੋੜੇਗੀ। ਇਹ ਸਨ ਸਾਥੀਓ ਕੁਝ ਪ੍ਰਸ਼ਨ ਜਿਨ੍ਹਾਂ ਦੇ ਨਾਲ ਆਪਾਂ ਪੰਜਾਬੀ ਦੇ ਵਿਆਕਰਨ ਦੀ ਪ੍ਰੈਕਟਿਸ ਕੀਤੀ। ਇੱਕ ਤਰੀਕੇ ਨਾਲ ਆਪਾਂ ਕੋਸ਼ਿਸ਼ ਕੀਤੀ ਕਿ ਘੱਟ ਸਮੇਂ ਦੇ ਅੰਦਰ ਘੱਟ ਪ੍ਰਸ਼ਨਾਂ ਦੇ ਰਾਹੀਂ ਪੰਜਾਬੀ ਵਿਆਕਰਨ ਦਾ ਜਿਹੜਾ ਰਿਵੀਜ਼ਨ ਕਰ ਸਕੀਏ। ਐਸੇ ਤਰੀਕੇ ਨਾਲ ਚੈਨਲ ਨੂੰ ਪਿਆਰ ਤੇ ਸਤਿਕਾਰ ਦਿੰਦੇ ਰਹਿਣਾ। ਕਮੈਂਟ ਕਰਕੇ ਜ਼ਰੂਰ ਦੱਸਣਾ। ETT ਵਾਲੇ ਵਿਦਿਆਰਥੀ ਪੇਪਰ ਤੋਂ ਬਾਅਦ ਆਪਣਾ ਪੇਪਰ ਜ਼ਰੂਰ ਸੈਂਡ ਕਰਨਾ। ਮਿਲਦੇ ਹਾਂ ਅਗਲੇ ਵੀਡੀਓ ਦੇ ਅੰਦਰ ਕੋਈ ਹੋਰ ਟੌਪਿਕ ਤੇ ਹੋਰ ਸਾਥੀਆਂ ਦੀ ਤਿਆਰੀ ਦੇ ਲਈ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।